ਹੈਲੋ एवरीवन ਵੈਲਕਮ ਟੂ ਮੀ ਸਟੱਡੀ ਹਬ। ਅੱਜ ਆਪਾਂ BA ਸਮੈਸਟਰ 1 ਇੰਗਲਿਸ਼ ਇਲੈਕਟਿਵ ਦਾ ਕੋਰਸ ਕੰਟੈਂਟ ਦਾ ਸੈਕੰਡ ਨੰਬਰ ਟੌਪਿਕ ਕੰਪਲੀਟ ਕਰਾਂਗੇ ਵੇਰੀਅਸ ਜੌਨਰਾਸ ਇਨ ਲਿਟਰੇਚਰ। ਸੋ ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈਗਾ, ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਬਿਨਾਂ ਸਕਿਪ ਕਰੇ ਦੇਖਿਓ। ਅਤੇ ਨਾਲ ਹੀ ਜਦੋਂ ਇਹ ਕੁਐਸਚਨ ਆ ਜਾਂਦਾ ਹੈਗਾ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਲਿਟਰੇਚਰ ਦੇ ਬਾਰੇ ਲਿਖਣਾ ਹੈ। ਲਿਟਰੇਚਰ ਦੀਆਂ ਡੈਫੀਨੇਸ਼ਨਸ ਲਿਖਣੀਆਂ ਨੇ, 2 ਜਾਂ 1 ਜਿੰਨਾ ਵੀ ਤੁਹਾਨੂੰ ਯਾਦ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਜਿਹੜਾ ਹੈਗਾ ਵੇਰੀਅਸ ਜੌਨਰਸ ਲਿਖਾਂਗੇ, ਠੀਕ ਹੈ। ਸੋ ਪੇਪਰ ਨੂੰ ਅਟੈਂਪਟ ਕਰਨ ਦਾ, ਕੁਐਸਚਨ ਨੂੰ ਅਟੈਂਪਟ ਕਰਨ ਦਾ ਇਹੀ ਅੱਛਾ ਤਰੀਕਾ ਹੈ। ਟੈਲੀਗ੍ਰਾਮ ਚੈਨਲ ਵੀ ਤੁਸੀਂ ਫੋਲੋ ਕਰ ਸਕਦੇ, ਬਿਕੋਜ਼ ਬਹੁਤ ਸਾਰੀਆਂ ਅਪਡੇਟਸ ਮੈਂ ਉੱਥੇ ਦਿੰਦੀ ਰਹਿੰਦੀ ਹਾਂ, ਅਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਵੇਰੀਅਸ ਜੌਨਰਾਸ ਜਿਹੜੇ ਹੈਗੇ ਨੇ ਲਿਟਰੇਚਰ ਦੇ, ਸੋ ਲਿਟਰੇਚਰ ਇਜ਼ ਅ ਮਿਰਰ ਆਫ ਲਾਈਫ, ਹੈ ਨਾ। ਆਪਾਂ ਨੇ ਪਿੱਛੇ ਵੀ ਪੜ੍ਹਿਆ ਕਿ ਲਿਟਰੇਚਰ ਜਿਹੜਾ ਹੈਗਾ ਲਾਈਫ ਦਾ ਮਿਰਰ ਹੈਗਾ, ਜਿਹੜੀ ਆਪਣੀ ਸ਼ਖਸੀਅਤ ਹੈਗੀ ਆ ਲਾਈਫ ਦੀ ਉਹਦੇ ਵਿੱਚ ਝਲਕਦੀ ਹੈ। ਇਟ ਹੈਜ਼ ਵੇਰੀਅਸ ਜੌਨਰਾਸ, ਇਹਦੇ ਬਹੁਤ ਸਾਰੇ ਜੌਨਰਾਸ ਨੇ। ਦੀਜ਼ ਜੌਨਰਸ ਦਾ ਮਤਲਬ ਹੁੰਦਾ ਵਿਧਾਵਾਂ, ਠੀਕ ਹੈ। ਜਿਵੇਂ ਆਪਾਂ ਪੰਜਾਬੀ 'ਚ ਕੀਤਾ ਸੀ ਨਾ ਕਿ ਨਾਵਲ ਇੱਕ ਮਿੰਨੀ ਕਹਾਣੀ ਹੋ ਗਈ ਹੈ ਨਾ, ਸੋ ਸਾਹਿਤਿਕ ਵਿਧਾ ਸੀ ਉਹ। ਇੱਦਾਂ ਹੀ ਇਹਨਾਂ ਨੂੰ ਜੌਨਰਸ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ। ਸੋ ਦੀਜ਼ ਜੌਨਰਸ ਹੈਲਪ ਦ ਰੀਡਰਸ ਟੂ ਕ੍ਰੀਏਟ ਇੰਟਰਸਟ। ਸੋ ਇਹਨਾਂ ਜੌਨਰਾਂ ਦੀ ਮਦਦ ਦੇ ਨਾਲ ਹੀ ਜਿਹੜਾ ਹੈਗਾ ਰੀਡਰ ਦਾ ਇੰਟਰਸਟ ਜਿਹੜਾ ਹੁੰਦਾ ਪੈਦਾ ਹੁੰਦਾ। ਵੇਰੀਅਸ ਜੌਨਰਾਸ ਆਫ ਲਿਟਰੇਚਰ ਆਰ, ਸੋ ਕਿਹੜੇ ਕਿਹੜੇ ਜੌਨਰਸ ਨੇ। ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਗੱਲ ਕਰਾਂਗੇ ਆਟੋਬਾਇਓਗ੍ਰਾਫੀ। ਤੁਸੀਂ ਅੱਗੇ ਪਿੱਛੇ ਲਿਖ ਸਕਦੇ ਹੋ, ਠੀਕ ਹੈ। ਸੋ ਮੈਂ 20 ਤੁਹਾਨੂੰ ਦੇਵਾਂਗੀ, ਜਿੰਨੇ ਵੀ ਤੁਹਾਨੂੰ 10-12 ਯਾਦ ਹੁੰਦੇ ਨੇ ਤੁਸੀਂ ਉਹ ਲਿਖ ਸਕਦੇ ਹੋ। ਸੋ ਇੱਦਾਂ ਨਹੀਂ ਕਿ ਪਹਿਲਾਂ ਮੈਂ ਆਟੋਬਾਇਓਗ੍ਰਾਫੀ ਲਿਖਿਆ ਤਾਂ ਤੁਸੀਂ ਵੀ ਆਟੋਬਾਇਓਗ੍ਰਾਫੀ ਲਿਖਣਾ, ਨਹੀਂ। ਜਿਹੜਾ ਵੀ ਤੁਹਾਨੂੰ ਈਜ਼ੀ ਲੱਗਦਾ ਫਟਾਫਟ ਤੁਸੀਂ ਲਿਖ ਸਕਦੇ ਹੋ। ਸੋ ਆਟੋਬਾਇਓਗ੍ਰਾਫੀ ਇਟ ਇਜ਼ ਅ ਕਾਈਂਡ ਆਫ ਬਾਇਓਗ੍ਰਾਫੀ in which the writer tells the story of his own life. ਸੋ ਆਟੋਬਾਇਓਗ੍ਰਾਫੀ ਕੀ ਹੁੰਦੀ ਹੈ? ਆਪ ਬੀਤੀ, ਠੀਕ ਹੈ। ਆਪਣੀ ਕਹਾਣੀ ਲਿਖਣੀ, ਆਤਮ ਜੀਵਨੀ ਲਿਖਣੀ। ਸੋ ਉਸਨੂੰ ਕਹਿੰਦੇ ਹੈਗੇ ਨੇ ਆਟੋਬਾਇਓਗ੍ਰਾਫੀ। ਸੋ ਰਾਈਟਰ ਜਿਹੜਾ ਹੈਗਾ ਖੁਦ ਆਪਣੀ ਸਟੋਰੀ ਲਿਖਦਾ ਹੈਗਾ ਆਪਣੀ ਔਨ ਲਾਈਫ ਦੇ ਬਾਰੇ। ਹੀ ਡਿਵੈਲਪ ਸੈਲਫ, ਤਾਂ ਉਹ ਆਪਣੀ ਸੈਲਫ ਦੇ ਬਾਰੇ ਲਿਖਦਾ ਹੈ। ਇਟ ਇਜ਼ ਡਿਫਰੈਂਟ ਫਰੋਮ ਦ ਪ੍ਰਾਈਵੇਟ ਡਾਇਰੀ, ਇਹ ਪ੍ਰਾਈਵੇਟ ਡਾਇਰੀ ਤੋਂ ਬਿਲਕੁਲ ਡਿਫਰੈਂਟ ਹੈ, ਕਿਉਂਕਿ ਪ੍ਰਾਈਵੇਟ ਡਾਇਰੀ 'ਚ ਤਾਂ ਆਪਾਂ ਲਿਖਦੇ ਹੈਗੇ ਆਪਣਾ ਮੈਂ ਕੀ ਕੀਤਾ ਹੈ ਨਾ, ਸੋ ਐਸਾ ਕੁਛ ਲਿਖਦੇ ਹਾਂ। ਸੋ ਆਈ ਮਾਈ ਸੈਲਫ ਆਰ ਯੂਜ਼ ਟੂ ਡਿਸਕ੍ਰਾਈਬ ਦਾ ਆਟੋਬਾਇਓਗ੍ਰਾਫੀ। ਤਾਂ ਆਟੋਬਾਇਓਗ੍ਰਾਫੀ ਦੇ ਵਿੱਚ ਮੈਂ ਜਿਹੜਾ ਹੈਗਾ ਸ਼ਬਦ ਯੂਜ਼ ਕੀਤਾ ਜਾਂਦਾ, ਸਭ ਮੈਂ, ਮੈਨੂੰ, ਮੇਰਾ। ਸੋ ਇੱਦਾਂ ਦੇ ਵਰਡਸ ਜਿਹੜੇ ਹੈਗੇ ਨੇ ਯੂਜ਼ ਕੀਤੇ ਜਾਂਦੇ ਆ। ਸੋ ਆਤਮ ਕਥਾ ਜਿਹੜੀ ਹੈਗੀ ਆ ਆਟੋਬਾਇਓਗ੍ਰਾਫੀ, ਉਹ ਵੀ ਇੱਕ ਜੌਨਰਾ ਹੈਗਾ ਲਿਟਰੇਚਰ ਦਾ। ਐਲੀਗੋਰੀ, ਸੋ ਇਹ ਮੈਂ ਤਾਂ ਕਰਕੇ ਹੁਣ ਇੱਥੇ ਕਰਾਇਆ ਅਤੇ ਪਹਿਲਾਂ ਵਾਲੇ ਲਿਟਰੇਰੀ ਟਰਮਸ 'ਚ ਨਹੀਂ ਕਰਵਾਇਆ, ਬਿਕੋਜ਼ ਡਬਲ ਹੋ ਜਾਂਦਾ। ਸੋ ਐਲੀਗੋਰੀ ਦਾ ਮਤਲਬ ਕੀ ਹੈਗਾ ਕਿ ਆ ਵਰਕ ਵਿਦ 2 ਲੈਵਲਸ, ਤਾਂ ਜਿਹੜਾ 2 ਲੈਵਲਾਂ ਦਾ ਵਰਕ ਹੁੰਦਾ ਆਫ ਮੀਨਿੰਗ ਅ ਲਿਟਰਲ ਐਂਡ ਦਾ ਸਿੰਬੋਲਿਕ। ਇੱਕ ਇਹਦਾ ਮੀਨਿੰਗ ਹੁੰਦਾ ਲਿਟਰਲ ਅਤੇ ਇੱਕ ਇਹਦਾ ਮੀਨਿੰਗ ਹੁੰਦਾ ਹੈਗਾ ਸਿੰਬੋਲਿਕ। ਇਨ ਐਲੀਗੋਰੀ ਕਰੈਕਟਰਸ, ਓਬਜੈਕਟਸ, ਸੈਟਿੰਗਸ ਐਂਡ ਈਵੈਂਟਸ ਰਿਪਰੈਜ਼ੈਂਟ ਐਬਸਟਰੈਕਟ ਆਈਡੀਆਜ਼ ਐਂਡ ਕੁਆਲਿਟੀਜ਼। ਇਸ ਦੇ ਵਿੱਚ ਕੀ ਹੁੰਦੇ ਨੇ? ਐਬਸਟਰੈਕਟ ਆਈਡੀਆਜ਼ ਨੂੰ ਅਤੇ ਕੁਆਲਿਟੀਜ਼ ਨੂੰ ਪੇਸ਼ ਕੀਤਾ ਜਾਂਦਾ ਹੈ ਜਿਹੜੇ ਕਰੈਕਟਰ ਹੁੰਦੇ ਨੇ। ਸੋ ਐਬਸਟਰੈਕਟ ਜਿਹੜੀਆਂ ਚੀਜ਼ਾਂ ਸਾਨੂੰ ਦਿਖਦੀਆਂ ਨੇ ਉਹਨਾਂ ਦੇ ਬਾਰੇ ਜਿਹੜਾ ਹੈਗਾ ਪੇਸ਼ ਕੀਤਾ ਜਾਂਦਾ ਹੈ। ਸੋ ਦ ਪਰਪਸ ਆਫ ਐਲੀਗੋਰੀ ਇਜ਼ ਟੂ ਕਨਵੇ ਟਰੁਥਸ ਅਬਾਊਟ ਲਾਈਫ। ਤਾਂ ਮੇਨ ਪਰਪਸ ਐਲੀਗੋਰੀ ਦਾ ਕੀ ਹੁੰਦਾ ਹੈਗਾ ਕਿ ਕਨਵੇ ਕਰਨੇ ਟਰੁਥ ਲਾਈਫ ਦੇ, ਠੀਕ ਹੈ, ਲੋਕਾਂ ਨੂੰ ਕਨਵੇ ਕਰਨਾ ਕਿ ਲਾਈਫ ਦੇ ਇਹ ਸੱਚਾਈਆਂ ਨੇ। ਇਟਸ ਮੇਨ ਪਰਪਸ ਇਜ਼ ਟੂ ਟੀਚ ਮੋਰਲ ਐਂਡ ਰਿਲੀਜੀਅਸ ਲੈਸਨ। ਸੋ ਮੋਰਲ ਅਤੇ ਰਿਲੀਜੀਅਸ ਲੈਸਨ ਟੀਚ ਕਰਨਾ ਐਲੀਗੋਰੀ ਦਾ ਮੇਨ ਮੋਟਿਵ ਹੁੰਦਾ। ਅੱਗੇ ਆਉਂਦੇ ਨੇ ਆਰਟੀਕਲ। ਇਟ ਇਜ਼ ਆਲਸੋ ਅ ਜਨਰਾ ਆਫ ਲਿਟਰੇਚਰ। ਆਰਟੀਕਲਸ ਨੇ ਜਿਹੜੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲਿਟਰੇਚਰ ਦੀ ਹੈਗੀ ਹੈ ਜੌਨਰਾ ਹੈ। ਇਟ ਇਜ਼ ਰਿਟਨ ਇਨ ਨਿਊਜ਼ਪੇਪਰ। ਆਪਾਂ ਦੇਖਦੇ ਹਾਂ ਆਰਟੀਕਲ ਆਪਾਂ ਪੜ੍ਹੇ ਹੈ ਨਾ, ਅਤੇ ਪੰਜਾਬੀ ਕੰਪਲਸਰੀ ਦੇ ਵਿੱਚ। ਸੋ ਇਟ ਇਜ਼ ਰਿਟਨ ਇਨ ਨਿਊਜ਼ਪੇਪਰਸ, ਮੈਗਜ਼ੀਨਸ ਐਟਸੈਟਰਾ। ਇਟਸ ਮੇਨ ਪਰਪਜ਼ ਇਜ਼ ਟੂ ਗਿਵ ਇਨਫੋਰਮੇਸ਼ਨ। ਦੇ ਟੈਲ ਹੂ, ਵਾਈ, ਵੈਨ, ਵਾਟ, ਵੇਅਰ ਐਟਸੈਟਰਾ। ਤਾਂ ਆਰਟੀਕਲ ਜਿਹੜੇ ਹੈਗੇ ਨੇ ਇਹ ਸਾਨੂੰ ਕੀ ਦਿੰਦੇ ਨੇਗੇ? ਇਨਫੋਰਮੇਸ਼ਨ ਦਿੰਦੇ ਆ। ਸਿਰਫ ਔਰ ਸਿਰਫ ਇਹਨਾਂ ਦਾ ਕੰਮ ਹੁੰਦਾ ਇਨਫੋਰਮੇਸ਼ਨ ਦੇਣਾ। ਨਿਊਜ਼ਪੇਪਰ ਦੇ ਵਿੱਚ ਲਿਖੇ ਜਾਂਦੇ ਨੇ, ਮੈਗਜ਼ੀਨਸ 'ਚ ਇਹ ਲਿਖੇ ਜਾਂਦੇ। ਸੋ ਆਰਟੀਕਲ ਜਿਹੜੇ ਹੁੰਦੇ ਨੇ ਬਹੁਤ ਇੰਪੋਰਟੈਂਟ ਕੌਨਸੈਪਟ ਹੈ। ਸੋ ਐਡਵੈਂਚਰ ਸਟੋਰੀ, ਐਡਵੈਂਚਰਸ ਜਾਂ ਫਿਰ ਐਡਵੈਂਚਰ ਸਟੋਰੀ ਤੁਸੀਂ ਲਿਖ ਸਕਦੇ ਹੋ। ਇਟ ਇਜ਼ ਐਨ ਇੰਪੋਰਟੈਂਟ ਜੌਨਰਾ ਆਫ ਲਿਟਰੇਚਰ। ਇਟ ਇਜ਼ ਅ ਸਟੋਰੀ ਆਫ ਐਡਵੈਂਚਰਸ। ਸੋ ਸਟੋਰੀ ਹੁੰਦੀ ਹੈ ਐਡਵੈਂਚਰਸ ਦੀ, ਹੈ ਨਾ। ਮੇਨ ਕਰੈਕਟਰ ਯੂਜ਼ਲੀ ਗੋਜ਼ ਔਨ an adventure journey, or you can say mission. So they face many challenges during their journey. Suspense is featured in the story. So ਐਡਵੈਂਚਰ ਸਟੋਰੀ ਕੀ ਹੁੰਦੀ ਹੈਗੀ ਹੈ? ਜਿਹੜੀ ਐਂਡ ਦੇ ਵਿੱਚ ਜਿਹੜਾ ਹੈਗਾ ਇੱਕ ਥ੍ਰਿਲ ਜਿਹੜਾ ਹੁੰਦਾ ਉਹ ਪਾਸ ਕੀਤਾ ਜਾਂਦਾ ਹੈਗਾ। ਸੋ ਉਹ ਐਡਵੈਂਚਰ ਹੁੰਦਾ ਹੈਗਾ, ਹੈ ਨਾ। ਜਿਵੇਂ ਆਪਾਂ ਡਰਾਮਾ ਇਹਦੇ ਵਿੱਚ TV 'ਚ ਦੇਖਦੇ ਨੇ ਐਡਵੈਂਚਰਸ ਸਟੋਰੀ, ਸੋ ਉਹ ਚੀਜ਼ ਕਿ ਜਿਹੜੇ ਇਹਦੇ ਵਿੱਚ ਕਰੈਕਟਰ ਹੁੰਦਾ ਹੈਗਾ ਉਹ ਕਿਸੇ ਐਡਵੈਂਚਰ 'ਤੇ ਜਾਂਦਾ, ਕਿਸੇ ਜਰਨੀ 'ਤੇ ਜਾਂਦਾ ਹੈਗਾ, ਕਿਸੇ ਮਿਸ਼ਨ 'ਤੇ ਜਾਂਦਾ ਹੈਗਾ। ਬਹੁਤ ਸਾਰੇ ਚੈਲੰਜ ਜਿਹੜੇ ਹੈਗੇ ਉਹ ਫੇਸ ਕਰਦਾ ਹੈਗਾ, ਅਤੇ
ਉਸ ਤੋਂ ਬਾਅਦ 'ਚ ਜਿਹੜਾ ਹੈਗਾ ਉਹ ਆਪਣਾ ਸਟੋਰੀ ਜਿਹੜੀ ਹੈਗੀ ਐਡਵੈਂਚਰਸ ਸਟੋਰੀ ਹੈਗੀ ਹੈ ਲਿਖਦਾ, ਕਿਉਂਕਿ ਇਹਦੇ ਵਿੱਚ ਸਸਪੈਂਸ ਹੁੰਦਾ ਹੈ, ਤਾਂ ਕਰਕੇ ਇਹ ਆਟੋਬਾਇਓਗ੍ਰਾਫੀ ਤੋਂ ਡਿਫਰੈਂਟ ਹੈਗਾ। ਬਾਇਓਗ੍ਰਾਫੀ, ਸੋ ਬਾਇਓਗ੍ਰਾਫੀ ਦਾ ਮਤਲਬ ਕੀ ਹੁੰਦਾ ਹੈਗਾ, ਆਪਾਂ ਕਿਸੇ ਦੇ ਬਾਰੇ ਜਦੋਂ ਉਸਦੀ ਕਥਾ ਲਿਖਦੇ ਹੈਗੇ ਆ ਤਾਂ ਉਸਨੂੰ ਬਾਇਓਗ੍ਰਾਫੀ ਕਹਿੰਦੇ ਆ, ਜੀਵਨੀ ਕਹਿੰਦੇ ਆ। ਸੋ ਇਟ ਇਜ਼ ਆਲਸੋ ਐਨ ਇੰਪੋਰਟੈਂਟ ਜਨਰਾ, ਇਟ ਇਜ਼ ਅ ਸਟੋਰੀ ਆਫ ਐਨੀ ਪਰਸਨਸ ਲਾਈਫ ਰਿਟਨ ਬਾਈ ਅਨਦਰ ਪਰਸਨ। ਤਾਂ ਕਿਸੇ ਹੋਰ ਪਰਸਨ, ਜਿਵੇਂ ਮੈਂ ਜਿਹੜੀ ਹੈਗੀ ਆ ਕਿਸੇ ਆਪਣੀ ਫਰੈਂਡ ਦੀ ਬਾਇਓਗ੍ਰਾਫੀ ਲਿਖਾਂ, ਸੋ ਦੈਟ ਇਜ਼ ਬਾਇਓਗ੍ਰਾਫੀ। ਜੋ ਮੈਂ ਉਸਦੇ ਬਾਰੇ ਲਿਖਾਂ ਕਿ ਉਸਨੇ ਉਸਦਾ ਜਨਮ ਇੱਦਾਂ ਹੋਇਆ, ਉਸਨੇ ਆਹ ਕੀਤਾ, ਇੱਦਾਂ ਦਾ ਕਰਦੀ ਸੀ, ਰਹਿੰਦੀ ਸੀ, ਸੋ ਦੈਟ ਇਜ਼ ਬਾਇਓਗ੍ਰਾਫੀ। ਜਿਵੇਂ ਓਨੈਸਟੀ ਇਜ਼ ਫੋਲੋਡ ਬਾਈ ਦਾ ਰਾਈਟਰ, ਸੋ ਜਿਹੜਾ ਰਾਈਟਰ ਹੈਗਾ ਉਹ ਬਹੁਤ ਹੀ ਜ਼ਿਆਦਾ ਓਨੈਸਟੀ ਦੇ ਨਾਲ ਉਸਦੇ ਬਾਰੇ ਲਿਖਦਾ ਹੈਗਾ। ਸੋ ਬਾਇਓਗ੍ਰਾਫੀ ਜਿਹੜੀ ਹੁੰਦੀ ਹੈ ਇੱਦਾਂ ਹੁੰਦੀ ਹੈ। ਸੋ ਬਲੈਂਕ ਵਰਸੇ, ਬਲੈਂਕ ਵਰਸੇ ਕੀ ਹੁੰਦਾ ਹੈ, ਖਾਲੀ ਹੈ ਨਾ, ਖਾਲੀ ਵਰਸੇ। ਸੋ ਇਟ ਇਜ਼ ਅਨਰਾਈਮਡ, ਇਹ ਅਨਰਾਈਮਡ ਹੁੰਦਾ, ਸੋ ਇਹਦੇ ਵਿੱਚ ਰਾਈਮ ਨਹੀਂ ਹੁੰਦੀ ਹੈਗੀ। ਇਟ ਹੈਜ਼ 10 ਸਿਲੇਬਲਸ, ਇਹਦੇ ਵਿੱਚ 10 ਸਿਲੇਬਲਸ ਹੁੰਦੇ ਆ, ਅਤੇ 2 ਪੇਅਰਸ ਦੇ ਹੁੰਦੇ, 5 ਦਾ ਈਚ ਹੁੰਦਾ। ਇਟ ਇਜ਼ ਆਲਸੋ ਅ ਗ੍ਰੇਟ ਫੋਰਮ ਆਫ ਲਿਟਰੇਚਰ, ਸੋ ਬਲੈਂਕ ਵਰਸਾ ਵੀ ਜਿਹੜਾ ਹੈਗਾ ਲਿਟਰੇਚਰ ਦਾ ਜਨਰਾ ਹੈਗਾ ਇੰਪੋਰਟੈਂਟ। ਸੋ ਅੱਗੇ ਆਉਂਦਾ ਕਾਮੇਡੀ, ਕਾਮੇਡੀ ਇਜ਼ ਅ ਡਰਾਮੈਟਿਕ ਜਨਰਾ ਆਫ ਲਿਟਰੇਚਰ। ਸੋ ਡਰਾਮੈਟਿਕ ਜਿਹੜਾ ਹੈਗਾ ਜਨਰਾ ਹੈਗਾ ਲਿਟਰੇਚਰ ਦਾ, ਇਟ ਆਲਵੇਜ਼ ਹੈਜ਼ ਕਾਮੇਡੀ ਟੋਨ। ਓਬਵੀਅਸ ਜੀ ਗੱਲ ਹੈਗੀ ਹੈ ਕਿ ਕਾਮੇਡੀ ਹੈ ਤਾਂ ਕਾਮੇਡੀ ਟੋਨ ਹੋਏਗੀ। ਇਟ ਆਲਸੋ ਐਂਡਸ ਇਨ ਅ ਹੈਪੀ ਵੇ, ਹੈਪੀ ਵੇ ਦੇ ਨਾਲ ਜਿਹੜੀ ਹੈਗੀ ਇਹਦੀ ਐਂਡਿੰਗ ਹੁੰਦੀ ਹੈ। ਇਟ ਗਿਵਜ਼ ਅ ਮੈਂਟਲ ਪੀਸ। ਹੁਣ ਦੇਖੋ ਕਾਮੇਡੀ ਦੇਖਦੇ ਹਾਂ ਆਪਾਂ, ਓਬਵੀਅਸ ਜੀ ਗੱਲ, ਇਹ ਕਪਿਲ ਸ਼ਰਮਾ ਦੇ ਸ਼ੋਅ ਦੇਖਦੇ ਹਾਂ ਨਾ, ਆਪਾਂ ਨੂੰ ਮੈਂਟਲ ਪੀਸ ਮਿਲਦਾ। ਸੋ ਇਟ ਇਜ਼ ਵੈਰੀ ਮੱਚ ਯੂਜ਼ਡ ਇਨ ਦੀਜ਼ ਡੇਜ਼, ਬਿਕੋਜ਼ ਸਟਰੈਸ ਜਿਹੜਾ ਹੈਗਾ ਬਹੁਤ ਜ਼ਿਆਦਾ ਹੋ ਗਿਆ, ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਲੋਕ ਇਸ ਨੂੰ ਜ਼ਿਆਦਾ ਯੂਜ਼ ਕਰਦੇ ਆ। ਕਾਮੇਡੀ ਪਿਕਚਰਸ ਹੋ ਗਈਆਂ, ਕਾਮੇਡੀ ਸੀਨਸ ਹੋ ਗਏ ਹੈ ਨਾ, ਕਾਮੇਡੀ ਲਿਟਰੇਚਰ ਹੋ ਗਿਆ, ਆਪਾਂ ਜ਼ਿਆਦਾ ਪੜ੍ਹਦੇ ਹਾਂ। ਡਰਾਮਾ, ਸੋ ਡਰਾਮਾ ਜਿਹੜਾ ਹੈਗਾ, ਡਰਾਮਾ ਇਜ਼ ਪਲੇਡ, ਡਰਾਮਾ ਪਲੇ ਕੀਤਾ ਜਾਂਦਾ ਹੈਗਾ, ਔਰ ਪਰਫੋਰਮਡ ਔਨ ਦਾ ਸਟੇਜ ਇਨ ਫਰੰਟ ਆਫ ਦਾ ਆਡੀਅੰਸ, ਆਡੀਅੰਸ ਦੇ ਸਾਹਮਣੇ ਇਸ ਨੂੰ ਪਰਫੋਰਮ ਕੀਤਾ ਜਾਂਦਾ ਸਟੇਜ ਦੇ ਉੱਤੇ। ਇਟ ਇਜ਼ ਫਾਊਂਡ ਇਨ ਅ ਪਲੇ ਫਾਰਮ, ਪਲੇ ਫਾਰਮ ਦੇ ਵਿੱਚ ਮਿਲਦਾ। ਸਕ੍ਰਿਪਟ ਇਜ਼ ਰਿਟਨ ਫॉर ਐਕਟਰਸ, ਐਕਟਰਸ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਜਾਂਦੀ ਹੈਗੀ। ਸੋ ਡਰਾਮਾ ਕਿਹੜਾ ਹੋ ਗਿਆ, ਰਾਮਲੀਲਾ ਵਗੈਰਾ ਹੋ ਗਈ, ਸੋ ਦੈਟ ਇਜ਼ ਅ ਫਾਰਮ ਆਫ ਡਰਾਮਾ। ਸੋ ਸਟੇਜ ਡਾਇਰੈਕਸ਼ਨਸ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਫੋਲੋ ਕੀਤਾ ਜਾਂਦਾ। ਡਰਾਮਾ ਇਜ਼ ਡਿਵਾਈਡਡ ਇਨਟੂ ਸੀਨਸ, ਸੀਨਸ ਦੇ ਵਿੱਚ ਜਿਹੜਾ ਹੈਗਾ ਡਰਾਮਾ ਡਿਵਾਈਡਡ ਹੁੰਦਾ, ਵੰਡਿਆ ਜਾਂਦਾ ਹੈ। ਸੋ ਅੱਗੇ ਆਉਂਦਾ ਐਲੇਜੀ, ਐਲੇਜੀ ਇਜ਼ ਆ ਕੀ ਹੁੰਦਾ, ਇੱਕ ਪੋਇਮ ਹੁੰਦੀ ਹੈ ਰਿਟਨ ਟੂ ਟ੍ਰਿਬਿਊਟ ਟੂ ਅ ਪਰਸਨ ਹੂ ਹੈਜ਼ ਡਾਈਡ ਰੀਸੈਂਟਲੀ, ਮਤਲਬ ਕਿ ਕਿਸੇ ਪਰਸਨ ਦੇ ਟ੍ਰਿਬਿਊਟ ਨੂੰ ਸ਼ਰਧਾਂਜਲੀ ਦੇਣ ਲਈ ਲਿਖੀ ਜਾਂਦੀ ਹੈਗੀ ਹੈ, ਜਿਹੜਾ ਕਿ ਹੁਣੇ ਕੁਝ ਚਿਰ ਪਹਿਲਾਂ ਡੈਥ ਹੋਈ ਹੁੰਦੀ ਹੈ। ਸੋ ਟੋਨ ਇਜ਼ ਲੋ, ਲੋ ਟੋਨ, ਭਾਰੀ ਜਿਹੜੀ ਹੈਗੀ ਆਵਾਜ਼ ਇਹਦੇ ਵਿੱਚ ਯੂਜ਼ ਕੀਤੀ ਜਾਂਦੀ ਹੈ, ਅਤੇ ਫਾਰਮਲ ਇਹਦੀ ਲੈਂਗੁਏਜ ਹੁੰਦੀ ਹੈ, ਜ਼ਿਆਦਾ ਵਧਾ ਚੜਾ ਕੇ ਇਸ ਦੇ ਵਿੱਚ ਐਲੇਜੀ ਦੇ ਵਿੱਚ ਗੱਲ ਨਹੀਂ ਕੀਤੀ ਜਾਂਦੀ। ਅੱਗੇ ਹੈ ਐਪਿਕ ਪੋਇਮ, this is a long narrative poem about adventures of bravery of a hero, hero's actions are reflected in this। तो epic poem ਕੀ ਹੁੰਦੇ, ਵੀਰ ਗਾਥਾਵਾਂ ਹੈ ਨਾ, ਜਿਨ੍ਹਾਂ ਨੂੰ ਪੰਜਾਬੀ 'ਚ ਕਹਿੰਦੇ ਆ, ਜਿਵੇਂ ਝਾਂਸੀ ਦੀ ਰਾਣੀ ਦੀ ਵੀਰ ਗਾਥਾ ਹੋ ਗਈ ਹੈ ਨਾ। ਸੋ ਚੇਤਕ ਵਾਲੀ ਜਿਹੜੀ ਸਟੋਰੀ ਹੈਗੀ ਹੈ, ਚੇਤਕ ਕੀ ਗਾਥਾ, ਸੋ ਇਹ ਜਿਹੜੀਆਂ ਹੈਗੀਆਂ ਨੇ ਐਪਿਕ ਪੋਇਮਸ ਹੁੰਦੀਆਂ ਨੇ, ਲੌਂਗ ਹੁੰਦੀਆਂ, ਨਰੇਟਿਵ ਹੁੰਦੀਆਂ ਨੇ, ਠੀਕ ਹੈ, ਸਾਨੂੰ ਐਡਵੈਂਚਰਸ ਦੱਸਦੀਆਂ ਨੇ ਕਿਸੇ ਹੀਰੋ ਦੀ ਬਰੇਵਰੀ ਦੀਆਂ, ਕਿ ਉਸਨੇ ਇੱਦਾਂ ਜਿਹੜੀ ਹੈਗੀ ਹੈ ਬਰੇਵਰੀ ਦੇ ਨਾਲ ਉਹ ਲੜਿਆ ਹੈ ਨਾ। ਸੋ ਉਹਨੇ ਬਰੇਵਰੀ ਦੇ ਨਾਲ ਜਿਹੜਾ ਹੈਗਾ ਫੋਲੋ ਕੀਤੇ ਜੋ ਵੀ ਉਸ ਇੰਸਟਰਕਸ਼ਨ ਸੀਗੀਆਂ। ਸੋ ਐਪਿਕ ਪੋਇਮਸ ਹੁੰਦੀਆਂ ਨੇ ਇੱਕ ਬਰੇਵਰੀ ਦੀ, ਐਡਵੈਂਚਰਸ ਦੇ ਅਕੋਰਡਿੰਗ ਹੁੰਦੀਆਂ ਨੇ। ਸੋ ਐਸੇਜ਼ ਜਿਹੜੇ ਨੇ, ਇਨ ਐਸੇਜ਼, ਐਸਿਆਂ ਦੇ ਵਿੱਚ ਕੀ ਹੁੰਦਾ ਹੈਗਾ, ਦੇ ਆਰ ਸ਼ਾਰਟ ਵਰਕ ਆਫ ਲਿਟਰੇਚਰ, ਬਿਲਕੁਲ ਛੋਟੇ ਵਰਕ ਦੇ ਵਿੱਚ ਪਾਏ ਜਾਂਦੇ ਨੇ, ਲਿਟਰੇਚਰ ਦੀ ਛੋਟੀ ਜਿਹੀ ਜੌਨਰਾ ਹੈਗੀ ਆ। ਇਟ ਡਿਪਿਕਟਸ ਅਪੋਨ ਅ ਸਿੰਗਲ ਸਬਜੈਕਟ, ਇਹਦੇ ਵਿੱਚ ਤਕਰੀਬਨ ਸਿੰਗਲ ਸਬਜੈਕਟ ਹੁੰਦਾ, ਲਾਈਕ ਐਸੇ ਆਪਾਂ ਲਿਖਦੇ ਹਾਂ ਨਾ ਇੰਗਲਿਸ਼ ਵਿੱਚ, ਪੰਜਾਬੀ ਵਿੱਚ, ਹਿੰਦੀ ਵਿੱਚ, ਐਸੇ ਔਨ COVID-19 ਹੈ ਨਾ। ਸੋ ਇੱਦਾਂ ਦੇ ਜਿਹੜੇ ਹੁੰਦੇ ਨੇ ਐਸੇ ਪਾਏ ਜਾਂਦੇ ਨੇ। ਇਟ ਕ੍ਰਿਟੀਕਲੀ ਇਵੈਲੂਏਟ ਵਰਕ ਆਫ ਦ ਰਾਈਟਰਸ, ਰਾਈਟਰ ਦੇ ਵਰਕ ਨੂੰ ਕ੍ਰਿਟੀਕਲੀ ਐਗਜ਼ਾਮਿਨਡ ਕੀਤਾ ਜਾਂਦਾ ਹੈਗਾ ਹੈ ਨਾ। ਸੋ ਫੇਬਲ ਜਿਹੜਾ ਹੈਗਾ, ਇਟ ਇਜ਼ ਅ ਵੈਰੀ ਬਰੀਫ ਨੋਟ, ਬਹੁਤ ਹੀ ਜ਼ਿਆਦਾ ਛੋਟੀ ਜਿਹੀ ਟੇਲ ਹੁੰਦੀ ਹੈ, ਛੋਟੀ ਜਿਹੀ ਕਥਾ ਹੁੰਦੀ ਹੈਗੀ ਹੈ। ਸੋ ਦੇ ਆਰ ਸ਼ਾਰਟ ਫ੍ਰਿਕਸ਼ਨਲ ਸਟੋਰੀਜ਼, ਬਹੁਤ ਹੀ ਛੋਟੀਆਂ ਜਿਹੀਆਂ ਫ੍ਰਿਕਸ਼ਨਲ ਸਟੋਰੀਜ਼ ਹੁੰਦੀਆਂ। ਦੇ ਟੀਚ ਅਸਮ ਮੋਰਲ ਲੈਸਨ, ਮੋਰਲ ਲੈਸਨ ਸਾਨੂੰ ਫੇਬਲਸ ਦਿੰਦੀਆਂ ਨੇ। ਆਪਾਂ ਨੇ ਪਿੱਛੇ ਪੜ੍ਹਿਆ ਹੈਗਾ ਕਿ ਫੇਬਲਸ ਕੀ ਹੁੰਦੀਆਂ ਹੈ ਨਾ। ਸੋ ਇੱਥੇ ਆਪਾਂ ਉਹੀ ਲਿਖ ਦਿੰਦੇ, ਜਿਹੜੀਆਂ ਤੁਹਾਨੂੰ ਲਿਟਰੇਰੀ ਟਰਮਸ ਕਰਾਈਆਂ ਉਹ ਵੀ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਹੋ। ਦੇ use humanized characters objects as part of nature as human characters। ਸੋ ਐਨੀਮਲਸ ਜਿਹੜੇ ਹੈਗੇ ਨੇ ਉਹਨਾਂ ਨੂੰ ਹਿਊਮਨ ਕਰੈਕਟਰਾਈਜੇਸ਼ਨ ਦਿੱਤੀ ਜਾਂਦੀ ਹੈ, ਲਾਈਕ ਜੰਗਲ ਬੁੱਕ ਹੋ ਗਿਆ ਹੈ ਨਾ। ਸੋ ਉਹਦੇ ਵਿੱਚ ਜਿਹੜਾ ਹੈਗਾ ਬਗੀਰਾ ਵੀ ਬੋਲਦਾ ਹੈ ਨਾ, ਭੇੜੀਆ ਵੀ ਬੋਲਦਾ। ਸੋ ਇਹ ਸਾਰੇ ਜਿਹੜੇ ਹੈਗੇ ਨੇ। ਸੋ ਫੇਰੀ ਟੇਲਸ, ਫੇਰੀ ਟੇਲਸ ਕੀ ਹੁੰਦੇ ਨੇ, ਦੀਜ਼ ਆਰ ਕ੍ਰੀਏਟਡ ਫॉर ਪਰਪਸ ਆਫ ਇੰਜੋਇਮੈਂਟ ਐਂਡ ਇੰਸਪੀਰੇਸ਼ਨ।
ਸੋ ਫੇਰੀ ਟੇਲਸ ਪਰੀ ਕਥਾਵਾਂ ਕੀ ਹੁੰਦੀਆਂ ਨੇ, ਪਰਪਸ ਆਫ ਇੰਜੋਇਮੈਂਟ ਲਈ ਹੁੰਦੀਆਂ ਨੇ, ਇੰਸਪੀਰੇਸ਼ਨ ਦਿੰਦੀਆਂ ਨੇ, ਕਾਮਨ ਇਹਨਾਂ ਦੀ ਬਿਗਨਿੰਗਸ ਹੁੰਦੀ ਹੈ, ਕਾਮਨ ਇਹਨਾਂ ਦਾ ਐਂਡ ਹੁੰਦਾ। ਫ੍ਰੀ ਵਰਸੇ, ਸੋ ਜਿਹੜਾ ਫ੍ਰੀ ਵਰਸੇ ਹੁੰਦਾ ਹੈ ਉਹ ਬਿਲਕੁਲ ਫ੍ਰੀ ਹੁੰਦਾ ਹੈਗਾ। ਪੋਇਟਰੀ ਫਾਰਮ ਹੈਗੀ ਹੈ ਇਹ, ਵਿਦਾਊਟ ਰੈਗੂਲਰ ਪੈਟਰਨਸ ਹੁੰਦਾ ਹੈ। ਰਾਈਮ ਦਾ ਇਹਦੇ ਵਿੱਚ ਕੋਈ ਰੈਗੂਲਰ ਪੈਟਰਨ ਨਹੀਂ ਹੁੰਦਾ ਹੈ। ਰਿਦਮ ਇਹਦੇ ਵਿੱਚ ਜਿਹੜੀ ਹੁੰਦੀ ਹੈ ਉਹ ਪ੍ਰੈਜੈਂਟ ਨਹੀਂ ਹੁੰਦੀ। ਵਿਦਾਊਟ ਰੈਗੂਲਰ ਪੈਟਰਨਸ ਆਫ ਦਾ ਰਾਈਮ ਐਂਡ ਰਿਦਮ ਹੁੰਦੀ ਹੈ। ਇਟ ਹੈਜ਼ ਇਮੈਜਨਰੀ ਪਾਵਰ, ਇਹਦੇ ਵਿੱਚ ਇਮੈਜਨਰੀ ਪਾਵਰ ਹੁੰਦੀ ਹੈ, ਬਿਲਕੁਲ ਕਾਲਪਨਿਕ ਹੁੰਦੀ ਹੈਗੀ ਹੈ ਨਾ। ਸੋ ਰੈਗੂਲਰ ਪੈਟਰਨ ਇਹਦੇ ਵਿੱਚ ਯੂਜ਼ ਨਹੀਂ ਕੀਤੇ ਜਾਂਦੇ। ਫ੍ਰੀ ਵਰਸਾ ਮਤਲਬ ਖੁੱਲੀ ਜਿਹੜੀ ਹੁੰਦੀ ਹੈ ਵਰਸੇ ਹੁੰਦਾ। ਹਾਈਕੂ, ਸੋ ਇਟ ਇਜ਼ ਅ ਕਾਈਂਡ ਆਫ ਜਾਪਾਨੀ ਸਟੋਰੀਜ਼ ਦੀ ਇਹੀ ਕਾਈਂਡ ਹੈਗੀ ਆ। ਇਟ ਹੈਜ਼ 17 ਸਿਲੇਬਲਸ ਅਰੇਂਜ ਇਨ 3 ਲਾਈਨਸ ਆਫ 5, 7 ਐਂਡ 5 ਸਿਲੇਬਲਸ। ਸੋ ਇਹ 17 ਦੇ ਸਿਲੇਬਲਸ 'ਚ ਅਰੇਂਜ ਹੁੰਦੀ ਹੈ। 3 ਇਹਦੀਆਂ ਲਾਈਨਾਂ ਹੁੰਦੀਆਂ ਨੇ, 5, 7, 5 ਦੀਆਂ। ਪੋਇਟ ਮਸਟ ਕਲੀਅਰ ਪਿਕਚਰ ਦੈਟ evokes a strong emotional response in the reader. ਸੋ ਨੇਚਰ ਇਜ਼ ਅ ਸੋਰਸ ਆਫ ਇੰਸਪੀਰੇਸ਼ਨ ਇਨ ਇਟ। ਹਾਈਕੂ ਦੇ ਵਿੱਚ ਨੇਚਰ ਜਿਹੜੀ ਹੁੰਦੀ ਹੈ ਉਹ ਇੱਕ ਸੋਰਸ ਆਫ ਇੰਸਪੀਰੇਸ਼ਨ ਹੁੰਦੀ ਹੈ। ਨੋਵਲ ਦੀ ਗੱਲ ਕਰੀਏ, ਇਟ ਇਜ਼ ਅ ਲੌਂਗ ਵਰਕ, ਇੱਕ ਲੰਬਾ ਵਰਕ ਹੁੰਦਾ। ਨੋਵਲ ਆਪਾਂ ਨੇ ਪੜ੍ਹਿਆ ਹੈਗਾ ਪੰਜਾਬੀ 'ਚ। ਸੋ ਨੋਵਲ ਇੱਕ ਲੰਬਾ ਵਰਕ ਹੁੰਦਾ, ਇੱਕ ਲਿਟਰੇਚਰ ਦੀ ਐਸੀ ਫੋਰਮ ਹੈ ਜਿਹੜੀ ਬਹੁਤ ਹੀ ਜ਼ਿਆਦਾ ਨਰੇਟਿਵ ਵੇ ਦੇ ਵਿੱਚ ਦਿੱਤੀ ਹੁੰਦੀ ਹੈ। ਸੋ ਐਲੀਮੈਂਟ ਆਫ ਫਿਕਸ਼ਨ ਇਜ਼ ਪਲੋਟ, ਸੋ ਪਲੋਟਿੰਗ ਉਹਦੇ ਵਿੱਚ ਕੀਤੀ ਹੋਈ ਹੁੰਦੀ ਹੈਗੀ ਆ। Novel is a long story. It have many characters. Its language is easy and script is given. It has turning points. So ਇਹਦੇ turning points ਹੁੰਦੇ ਆ। ਸੋ ਇਹ ਜਿਹੜੀ ਹੁੰਦੀ ਹੈ ਇੱਕ ਸਿਟਿੰਗ ਦੇ ਵਿੱਚ ਨਹੀਂ ਕੰਪਲੀਟ ਹੁੰਦੀ, ਇਹਦੇ ਲਈ ਕਾਫੀ ਸਿਟਿੰਗਸ ਹੁੰਦੀਆਂ, ਕਾਫੀ ਸਾਰਾ ਟਾਈਮ ਸਾਨੂੰ ਦੇਣਾ ਪੈਂਦਾ। ਪੈਰਾਬਲਸ ਵੀ ਆਪਾਂ ਲਿਟਰੇਰੀ ਟਰਮ 'ਚ ਕੀਤਾ ਹੈ। ਸੋ ਪੈਰਾਬਲਸ ਕੀ ਨੇ? ਪੈਰਾਬਲਸ ਆਰ ਸ਼ੋਰਟ ਫਿਗਰ ਆਫ ਸਪੀਚ ਨੇ। ਇਟ ਪ੍ਰੈਜ਼ੈਂਟਸ ਅ ਮੋਰਲ ਲੈਸਨ। ਦੇ ਆਰ ਬੇਸਡ ਅਪੋਨ ਯੂਨੀਵਰਸਲ ਟਰੁੱਥ ਦੇ ਉੱਤੇ ਬੇਸਡ ਹੁੰਦੇ ਆ। ਮੋਰਲ ਲੈਸਨ ਸਾਨੂੰ ਦਿੰਦੇ ਨੇ। ਦੇ ਹੈਵ ਨਰੇਟਿਵ ਮੈਨਰਸ ਮਤਲਬ ਇਹ ਜਿਹੜੇ ਹੁੰਦੇ ਨਰੇਟਿਵ ਵੇ ਦੇ ਵਿੱਚ ਮੈਨਰਸ ਹੁੰਦੀਆਂ ਨੇ। ਲਾਈਕ ਉਪਨਿਸ਼ਦ ਹੋ ਗਏ, ਪੈਰਾਬਲਸ ਹੈ ਉਹ। ਬਾਈਬਲ ਸ਼ੋਰਟ ਸਟੋਰੀਜ਼ ਵੀ ਜਿਹੜੀਆਂ ਹੈਗੀਆਂ ਪੈਰਾਬਲਸ ਹੁੰਦੀਆਂ ਨੇ। ਬਾਕੀ ਤੁਸੀਂ ਲਿਟਰੇਰੀ ਟਰਮ ਵਾਲਾ ਇੱਥੇ ਲਿਖ ਸਕਦੇ ਹੋ, ਜਿਹੜਾ ਆਪਾਂ ਲਿਟਰੇਰੀ ਟਰਮ 'ਚ ਪੈਰਾਬਲ ਕੀਤੇ ਨੇ। ਸੋ ਪਲੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ। ਪਲੇ ਇੱਕ ਜਿਹੜੀ ਹੁੰਦੀ ਹੈ ਸਿੰਗਲ ਪਰਫੋਰਮੈਂਸ ਹੁੰਦੀ ਹੈਗੀ ਹੈ, ਇੱਕ ਛੋਟਾ ਜਿਹਾ ਜਿਹੜੇ ਤੁਸੀਂ ਪਲੇ ਕਰਦੇ ਹੋ ਕਾਲਜਿਸ ਦੇ ਵਿੱਚ, ਸਕੂਲਸ ਦੇ ਵਿੱਚ। ਸੋ ਇਟ ਇਜ਼ ਅ ਡਰਾਮਾ ਬੇਸਡ ਫੋਰਮ। ਸੋ ਇੱਕ ਡਰਾਮਾ ਬੇਸਡ ਫੋਰਮ ਹੁੰਦੀ ਹੈ, ਡਰਾਮੈਟਿਕ ਪਰਫੋਰਮੈਂਸ ਹੁੰਦੀ ਹੈ। ਇਹ ਟੀਚਿਸ ਅ ਲੈਸਨ, ਅਤੇ ਲੈਸਨ ਸਾਨੂੰ ਟੀਚ ਕਰਕੇ ਦਿੰਦੇ। ਦਹੇਜ ਪ੍ਰਥਾ ਬਾਰੇ ਹੈ ਨਾ ਪਲੇ ਹੁੰਦਾ ਜਾਂ ਲਾਈਕ, ਸੋ ਇੱਦਾਂ ਦੇ ਪਲੇ। ਸੋ ਫੋਰਮਲ ਲੈਂਗੁਏਜ ਇਜ਼ ਯੂਜ਼ ਇਨ ਦਿਸ, ਇਹਦੇ ਵਿੱਚ ਫੋਰਮਲ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ, ਵਧਾ ਚੜਾ ਕੇ ਗੱਲ ਨਹੀਂ ਕੀਤੀ ਜਾਂਦੀ। ਟੂ ਦਾ ਪੁਆਇੰਟ ਜਿਹੜੀ ਹੈਗੀ ਹੈ ਗੱਲ ਕੀਤੀ ਜਾਂਦੀ ਹੈ ਪਲੇ ਦੇ ਵਿੱਚ। ਲਾਈਕ ਹੁਣ ਹੈਗੀ ਹੈ ਪੋਇਟਰੀ ਮਾਨੇ ਕਵਿਤਾ। ਇਟ ਇਜ਼ ਆਲਸੋ ਅਗੇ ਜੋਨਰਾ ਆਫ ਲਿਟਰੇਚਰ। ਸੋ ਇਹ ਵੀ ਜੋਨਰਾ ਹੈਗੀ ਹੈ ਲਿਟਰੇਚਰ ਦਾ। ਇਟ ਮੇ ਬੀ ਰਾਈਮ ਔਰ ਮੇ ਨੋਟ, ਇਹ ਰਾਈਮ ਵਾਲੀ ਵੀ ਹੋ ਸਕਦੀ ਹੈ, ਵਿਦਾਊਟ ਰਾਈਮ ਵਾਲੀ ਵੀ ਹੋ ਸਕਦੀ ਹੈ। ਕਵਿਤਾ ਹੈਗੀ ਹੈ, ਛੰਦ ਪਦ ਵੀ ਹੋ ਸਕਦੇ ਹੈ, ਵਿਦਾਊਟ ਜਿਹੜਾ ਹੈਗਾ ਇਹਦੇ ਰਾਈਮ ਤੋਂ ਹੋ ਸਕਦੇ ਹੈ। ਵੀ ਕੈਨ ਯੂਜ਼ ਮਿਊਜ਼ਿਕ ਇਨ ਦਾ ਪੋਇਟਰੀ, ਅਸੀਂ ਪੋਇਟਰੀ ਦੇ ਵਿੱਚ ਮਿਊਜ਼ਿਕ ਵੀ ਜਿਹੜਾ ਹੈਗਾ ਯੂਜ਼ ਕਰ ਸਕਦੇ ਹਾਂ। ਸਟੈਂਜ਼ਾਸ ਆਰ ਡਿਵਾਈਡਡ ਇਨਟੂ ਪੋਇਮਸ, ਇਹਦੇ ਵਿੱਚ ਸਟੈਂਜ਼ਸ ਯੂਜ਼ ਕੀਤੇ ਜਾਂਦੇ ਨੇ। ਸ਼ੋਰਟ ਸਟੋਰੀ ਇਜ਼ ਅ ਕਾਈਂਡ ਆਫ ਫਿਕਸ਼ਨਲ ਵਰਕ, ਤਾਂ ਫਿਕਸ਼ਨਲ ਵਰਕ ਹੁੰਦਾ ਹੈ ਬੇਸਡ ਅਪੋਨ ਆਈਡੀਆ, ਸਿੰਗਲ ਆਈਡੀਆ। ਇਟ ਕੈਨ ਬੀ ਰੀਡ ਇਨ ਵਨ ਸਿਟਿੰਗ 'ਚ ਕੰਪਲੀਟ ਹੋ ਜਾਂਦੀ ਹੈ, ਅਤੇ ਇੱਕੋ ਹੀ ਕਰੈਕਟਰ ਦੇ ਆਲੇ ਦੁਆਲੇ ਸ਼ੋਰਟ ਸਟੋਰੀ ਘੁੰਮਦੀ ਰਹਿੰਦੀ ਹੈ। ਸੋ ਟਾਈਮ ਸੇਵਿੰਗ ਇਹ ਹੁੰਦੀ ਹੈ। ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਵੇਗਾ। ਮਿਲਦੇ ਨਵੇਂ ਵੀਡੀਓ ਦੇ ਨਾਲ। ਧੰਨਵਾਦ।